ਪੰਜਾਬ ਸਾਹਿਤ ਅਕਾਦਮੀ ਦੇ ਮੰਚ ਤੋਂ ਆਪ ਸਾਰਿਆਂ ਦਾ ਸਵਾਗਤ ਹੈ। ਲਗਭਗ 7 ਸਾਲ 7 ਦੇ ਵੀ 8 ਹੀ ਹੋ ਗਏ ਕਿ ਅਸੀਂ ਪੰਜਾਬ ਸਾਹਿਤ ਅਕਾਦਮੀ ਦੇ ਨਾਲ ਮੈਂ ਜੁੜੀ ਹੋਈ ਹਾਂ ਤੇ ਇਸ ਸਫ਼ਰ ਦੇ ਦੌਰਾਨ ਸਾਹਿਤਕ ਸਫ਼ਰ ਦੇ ਦੌਰਾਨ ਬਹੁਤ ਸਾਰੀਆਂ ਸ਼ਖਸੀਅਤਾਂ ਸਾਨੂੰ ਮਿਲਦੀਆਂ ਨੇ ਤੇ ਪੰਜਾਬ ਸਾਹਿਤ ਅਕਾਦਮੀ ਦਾ ਇੱਕ ਉਪਰਾਲਾ ਹੈ, ਇੱਕ ਟੀਚਾ ਹੈ, ਇੱਕ ਮਿਸ਼ਨ ਹੈ ਕਿ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਸਾਂਭ ਲਈਏ ਕਿਉਂਕਿ ਸਾਹਿਤ ਨੇ ਇਤਿਹਾਸ ਵੀ ਬਣਨਾ ਆ ਤੇ ਉਹ ਇਤਿਹਾਸ ਨੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦੇਣੀ ਹੈ। ਸੋ ਸਾਹਿਤ ਅਕਾਦਮੀ ਦਾ ਇਹ ਜਿਹੜਾ ਉਪਰਾਲਾ ਹੈ ਕਿ ਅਸੀਂ ਉਹਨਾਂ ਮਹਾਨ ਸ਼ਖਸੀਅਤਾਂ ਲੇਖਕਾਂ ਨੂੰ ਡਾਕੂਮੈਂਟਰੀ ਦੇ ਜ਼ਰੀਏ ਤੁਹਾਡੇ ਸਾਹਮਣੇ ਪੇਸ਼ ਕਰੀਏ, ਉਹਨਾਂ ਦੀ ਪੇਸ਼ਕਾਰੀ ਹੋਵੇ ਤਾਂ ਕਿ ਜਿਹੜੇ ਭਵਿੱਖ ਦੇ ਰਚੇਤਾ ਨੇ, ਲੇਖਕ ਨੇ, ਉਹ ਇਸ ਤੋਂ ਸਿੱਖ ਸਕਣ। ਸੋ ਅੱਜ ਇਸ ਡਾਕੂਮੈਂਟਰੀ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਰਾਮ ਅਰਸ਼ ਦੀ, ਜਿਹੜੇ ਕਿ ਚੰਡੀਗੜ੍ਹ ਦੇ ਮੋਹਾਲੀ ਦੇ ਨਿਵਾਸੀ ਨੇ। ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਦੇ ਉਹ 3 ਸਾਲ ਪ੍ਰਧਾਨ ਦੇ ਤੌਰ 'ਤੇ ਉਹਨਾਂ ਨੇ ਕੰਮ ਕੀਤੇ ਨੇ ਅਤੇ ਚੰਡੀਗੜ੍ਹ ਮੋਹਾਲੀ ਦੀਆਂ ਬਹੁਤ ਸਾਰੀਆਂ ਸਾਹਿਤਕ ਸਭਾਵਾਂ ਦੇ ਵਿੱਚ ਅਕਸਰ ਉਹਨਾਂ ਨੂੰ ਸ਼ਿਰਕਤ ਕਰਦਿਆਂ ਵੇਖਿਆ ਜਾਂਦਾ ਹੈ। ਇੱਕ ਨਫੀਸ ਇਨਸਾਨ, ਇੱਕ ਚੰਗਾ ਕਵੀ, ਇੱਕ ਚੰਗਾ ਗਜ਼ਲ ਗੋ, ਜੀਵਨੀ ਲੇਖਕ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਸੰਪਾਦਿਤ ਕੀਤੀਆਂ। ਇਸ ਡਾਕੂਮੈਂਟਰੀ ਦੇ ਜ਼ਰੀਏ ਤੁਸੀਂ ਜਾਣੋਗੇ ਉਹਨਾਂ ਦੀਆਂ ਲਿਖਤਾਂ ਬਾਰੇ, ਉਹਨਾਂ ਦੀਆਂ। ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਆਉਣ ਵਾਲੇ ਸਮੇਂ ਦੇ ਨੌਜਵਾਨ ਨੇ, ਸਾਡੇ ਬੱਚੇ ਨੇ, ਉਹ ਜ਼ਰੂਰ ਇਸ ਤੋਂ ਕੁਝ ਸਿੱਖਣਗੇ। ਅਤੇ ਇੱਕ ਵਿਅਕਤੀ ਜਿਹੜਾ ਇੱਕ ਚੰਗੇ ਅਹੁਦੇ ਤੋਂ ਰਿਟਾਇਰ ਹੋਇਆ ਹੋਵੇ ਅਤੇ ਪਰ ਮੈਂ ਉਹਨਾਂ ਦੀ ਜ਼ਿੰਦਗੀ ਦੀ ਲੰਬੀ ਦੁਆ, ਜ਼ਿੰਦਗੀ ਉਹਨਾਂ ਦੀ ਲੰਬੀ ਹੋਵੇ, ਲੰਮੇਰੀ ਹੋਵੇ, ਖੁਸ਼ਹਾਲ ਹੋਵੇ ਔਰ ਨਾਲ ਦੇ ਨਾਲ ਮੈਂ ਇਹ ਵੀ ਕਹਾਂਗੀ ਕਿ ਤੰਦਰੁਸਤ ਹੋਵੇ। ਪਿਛਲੇ ਕੁਛ ਅਰਸੇ ਤੋਂ ਉਹ ਇੱਕ ਅਜਿਹੀ ਅਲਾਮਤ ਦੇ ਨਾਲ ਘਿਰੇ ਹੋਏ ਨੇ ਸਰੀਰਕ ਤੌਰ ਦੇ ਉੱਤੇ, ਪਰ ਜਿਸ ਖੂਬੀ ਦੇ ਨਾਲ, ਜਿਸ ਉਹਨਾਂ ਨੇ ਕਹਿ ਲਓ ਕਿ ਹਿੰਮਤ ਦੇ ਨਾਲ ਉਹਦਾ ਸਾਹਮਣਾ ਕੀਤਾ ਹੈ, ਉਹ ਆਪਣੇ ਆਪ ਦੇ ਵਿੱਚ ਮਿਸਾਲ ਹੈ। ਸੋ ਅਜਿਹੇ ਸ਼ਖਸ ਉਹਨਾਂ ਦੇ ਪੂਰਨੇ ਜਿਹੜੇ ਉਹ ਪਾਉਂਦੇ ਨੇ ਉਹ ਵੇਖਣ ਵਾਲੇ ਹੁੰਦੇ ਨੇ, ਉਹਨਾਂ ਪੂਰਨਿਆਂ 'ਤੇ ਚੱਲਣ ਦੇ ਲਈ ਹੋਰ ਲੋਕ ਪ੍ਰੇਰਿਤ ਹੁੰਦੇ ਨੇ। ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਸਾਹਿਤ ਅਕਾਦਮੀ ਦੀ ਇਹ ਜਿਹੜਾ ਉਪਰਾਲਾ ਹੈ ਕਿ ਅਸੀਂ ਜਿਹੜੇ ਲੇਖਕ ਨੇ, ਉਹਨਾਂ ਦੀਆਂ ਜਿਨ੍ਹਾਂ ਦੀ ਵਿਸ਼ੇਸ਼ ਯੋਗਦਾਨ ਹੈ ਪੰਜਾਬੀ ਸਾਹਿਤ ਦੇ ਵਿੱਚ, ਉਹਨਾਂ ਨੂੰ ਜਦੋਂ ਅਸੀਂ ਡਾਕੂਮੈਂਟਰੀ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਇਹ ਬਹੁਤ ਹੀ ਸਿੱਖਣਯੋਗ ਹੋਰਨਾਂ ਦੇ ਲਈ ਔਰ ਸਮਝਣਯੋਗ ਉਪਰਾਲਾ ਹੋਏਗਾ। ਸੋ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਸ ਤੋਂ ਸਿੱਖਾਂਗੇ ਔਰ ਸ਼੍ਰੀ ਰਾਮ ਅਰਸ਼ ਜੀ ਦੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਨਹੀਂ ਜਾਣਦੇ ਜਾਂ ਲੋਕ ਨਹੀਂ ਜਾਣਦੇ, ਦਰਸ਼ਕ ਪਾਠਕ ਨਹੀਂ ਜਾਣਦੇ, ਉਹ ਤੁਹਾਡੇ ਸਾਹਮਣੇ ਆਉਣਗੀਆਂ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਖ਼ਾਸ ਕਰਕੇ ਅਮਰ ਘੋਲੀਏ ਦਾ, ਜਿਨ੍ਹਾਂ ਨੇ ਇਸ ਡਾਕੂਮੈਂਟਰੀ ਨੂੰ ਬਣਾਉਣ ਦੇ ਲਈ ਬਹੁਤ ਘਾਲਣਾ ਕੀਤੀ, ਸਫ਼ਰ ਕੀਤਾ ਔਰ ਥਾਂ ਥਾਂ 'ਤੇ ਜਾ ਕੇ ਉਹਨਾਂ ਦੇ ਨਾਲ, ਸਭ ਦੇ ਨਾਲ ਗੱਲਬਾਤ ਵੀ ਕੀਤੀ। ਸੋ ਬਹੁਤ ਸ਼ੁਕਰੀਆ। ਉਸਤਾਦ ਗਜ਼ਲਗੋ ਸ੍ਰੀ ਰਾਮ ਅਰਸ਼ ਦਾ ਜਨਮ 15 ਦਸੰਬਰ 1934 ਨੂੰ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਮਾਤਾ ਸ਼੍ਰੀਮਤੀ ਹਰਨਾਮ ਕੌਰ ਅਤੇ ਪਿਤਾ ਸ਼੍ਰੀ ਠਾਕਰ ਦਾਸ ਦੇ ਗ੍ਰਹਿ ਵਿਖੇ ਹੋਇਆ। ਇੱਕ ਗਰੀਬ ਪਰਿਵਾਰ ਦੇ ਵਿੱਚ, ਔਰ ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਪਿਤਾ ਜੀ ਨੇ ਪੰਜਾਬੀ ਅਤੇ ਹਿੰਦੀ ਲਿਖਣੀ ਅਤੇ ਪੜ੍ਹਨੀ ਸਿੱਖੀ ਸੀ। ਫਿਰ ਮੇਰਾ ਵੱਡਾ ਭਾਈ ਉਹ ਸਕੂਲ ਦੇ ਦਾਖਲ ਹੋਇਆ ਅਤੇ ਸਾਰੇ ਤਕਰੀਬਨ ਮੁਹੱਲੇ ਦੇ ਵਿੱਚੋਂ ਮੈਂ ਇੱਕ ਦੂਜਾ ਬੱਚਾ ਸੀ ਜਿਹੜਾ ਸਕੂਲ ਗਿਆ ਅਤੇ ਉਦੋਂ ਸਾਡੇ ਮੁਹੱਲੇ ਵਿੱਚ ਹੀ ਇੱਕ ਮੌਲਵੀ ਜੀ ਦਾ ਸਕੂਲ ਹੁੰਦਾ ਸੀ, ਉੱਥੇ ਮੈਂ ਦਾਖਲ ਹੋਇਆ ਔਰ ਸਭ ਤੋਂ ਪਹਿਲਾਂ ਮੈਂ ਉਰਦੂ ਅਲਿਫ, ਬੇ, ਪੇ ਤੇ ਇਹ ਸਿੱਖਿਆ। ਸੰਨ 1947 ਵਿੱਚ ਹਿੰਦੁਸਤਾਨ ਦੇ 2 ਟੁਕੜੇ ਭਾਰਤ ਅਤੇ ਪਾਕਿਸਤਾਨ ਕਰ ਦਿੱਤੇ ਗਏ। ਅਰਸ਼ ਜਦੋਂ ਆਜ਼ਾਦ ਭਾਰਤ ਦੇ ਸਕੂਲ ਵਿੱਚ ਦਾਖਲ ਹੋਇਆ
ਤਾਂ ਉਸ ਨੂੰ ਉਰਦੂ ਦੀ ਥਾਂ ਤੇ ਹਿੰਦੀ ਭਾਸ਼ਾ ਪੜ੍ਹਨੀ ਪਈ। ਤਾਂ ਜਿਹੜੀ ਵੱਡੀ ਗੱਲ ਵਰਣਨਯੋਗ ਹੈ ਉਹ ਇਹ ਹੈ ਕਿ ਉਦੋਂ ਸਕੂਲ ਵਿੱਚੋਂ ਉਰਦੂ ਦੇ ਬਸਤੇ ਬੰਨ੍ਹ ਦਿੱਤੇ ਗਏ ਸਨ ਤੇ ਉਹਦੀ ਜਗ੍ਹਾ ਤੇ ਹਿੰਦੀ ਜ਼ਿਆਦਾ ਲਾਗੂ ਹੋ ਗਈ ਸੀ। 1952 ਵਿੱਚ ਮੈਂ ਮੈਟ੍ਰਿਕ ਪਾਸ ਕੀਤੀ ਤੇ ਆਰੀਆ ਕਾਲਜ ਦਾਖਲ ਹੋ ਗਿਆ। ਉੱਥੋਂ 12ਵੀਂ ਪਾਸ ਕਰਕੇ ਉਹ FA ਕਹਿੰਦੇ ਸੀ, ਉਹ ਪਾਸ ਕਰਕੇ ਮੈਂ ਗਵਰਨਮੈਂਟ ਕਾਲਜ ਦਾਖਲ ਹੋ ਗਿਆ। ਮੈਟ੍ਰਿਕ ਕਰਨ ਉਪਰੰਤ ਜਦ ਸ੍ਰੀ ਰਾਮ ਅਰਸ਼ ਨੇ ਕਾਲਜ ਵਿੱਚ ਪੈਰ ਪਾਇਆ ਤਾਂ ਉਸ ਅੰਦਰ ਸ਼ਾਇਰੀ ਦੀ ਕਰੂੰਬਲ ਫੁੱਟਣੀ ਸ਼ੁਰੂ ਹੋਈ। ਚੁਫੇਰੇ ਦੇ ਵਾਤਾਵਰਣ ਦੀ ਬਦੌਲਤ ਉਸਨੇ ਉਰਦੂ ਭਾਸ਼ਾ ਵਿੱਚ ਸ਼ੇਅਰ ਕਹਿਣੇ ਸ਼ੁਰੂ ਕਰ ਦਿੱਤੇ। ਉਰਦੂ ਜ਼ੁਬਾਨ ਵਿੱਚ ਰਚੀਆਂ ਰਚਨਾਵਾਂ ਸ਼ਹਿਰ ਤੋਂ ਛਪਦੇ ਰੋਜ਼ਾਨਾ ਅਖਬਾਰਾਂ ਵਿੱਚ ਛਪਣ ਲੱਗੀਆਂ, ਜਿਸ ਦੀ ਬਦੌਲਤ ਉਸ ਨੂੰ ਗੌਰਮੈਂਟ ਕਾਲਜ ਲੁਧਿਆਣਾ ਦੇ ਮੈਗਜ਼ੀਨ ਸਤਲੁਜ ਦਾ ਜੁਆਇੰਟ ਐਡੀਟਰ ਥਾਪ ਦਿੱਤਾ ਗਿਆ। ਕਿ ਜੰਡ ਦੀ ਛਾਂ ਹੇਠ ਹੋਇਆ ਸੀ ਜੋ ਛਵੀਆਂ ਦਾ ਸ਼ਿਕਾਰ, ਜੰਡ ਦੀ ਛਾਂ ਹੇਠ ਹੋਇਆ ਸੀ ਜੋ ਛਵੀਆਂ ਦਾ ਸ਼ਿਕਾਰ, ਜੰਡ ਉਹਦੇ ਸਰਾਪ ਕੋਲੋਂ ਉਮਰ ਭਰ ਡਰਦਾ ਰਿਹਾ, ਉਹਦੇ ਸਰਾਪ ਕੋਲੋਂ ਉਮਰ ਭਰ ਡਰਦਾ ਰਿਹਾ। ਪੰਜਾਬੀ ਲਿਟਰੇਚਰ ਨੂੰ ਉਹਨਾਂ ਦੀ ਇੱਕ ਬਹੁਤ ਬੜੀ ਦੇਣ ਹੈ ਜਿਹੜੀ ਕਿ ਆਮ ਆਦਮੀ ਨਹੀਂ ਸਮਝਦਾ। ਉਹ ਹੈ ਕਿ ਜਿਹੜੇ ਪੰਜਾਬੀ ਗਜ਼ਲ ਦੀ ਗੱਲ ਕਰਦੇ ਹਾਂ ਆਪਾਂ, ਜਿਹੜੇ ਅਰਬ ਈਰਾਨ ਤੋਂ ਜਿਹੜੇ ਪਿਆਰ ਦੇ ਪਾਤਰਾਂ ਦੇ ਵਿੱਚ ਖੇਲ ਰਹੀ ਸੀ, ਸਾਰੀ ਪੋਇਟਰੀ ਸਾਰੀ ਗਜ਼ਲ ਖੇਲ ਰਹੀ ਸੀ, ਉਹਨਾਂ ਤੋਂ ਹਟ ਕੇ ਉਹਨਾਂ ਨੇ ਆਪਣੇ ਪੰਜਾਬ ਦੇ ਜਿਹੜੀ ਮੁਹੱਬਤ ਦੇ ਪਿਆਰ ਦੇ ਜਿਹੜੇ ਵੀ ਪਾਤਰ ਹੈ ਉਹਨਾਂ ਨੂੰ ਲਿਆਂਦਾ। ਇਹ ਪਹਿਲੇ ਰਾਈਟਰ ਸੀ ਜਿਨ੍ਹਾਂ ਨੇ ਇਹ ਚੀਜ਼ ਨੂੰ ਸਮਝਿਆ ਔਰ ਇਸ ਚੀਜ਼ ਨੂੰ ਲਿਆਂਦਾ। ਉਹਨਾਂ ਦੀ ਕਿਸੇ ਵੀ ਸ਼ੇਰ ਦੇ ਅੰਦਰ ਈਰਾਨ ਦੀ ਜਾਂ ਅਰਬ ਦੀ ਕੋਈ ਵੀ ਜਿੰਨੇ ਵੀ ਆਪਣੇ ਪ੍ਰੇਮ ਦੇ ਮੁਹੱਬਤ ਦੇ ਪਾਤਰ ਹੈ ਤੁਹਾਨੂੰ ਕੋਈ ਨਹੀਂ ਨਜ਼ਰ ਆਊਗਾ। ਇਹ ਬਹੁਤ ਬੜੀ ਦੇਣ ਹੈ, ਇਹਨੂੰ ਪੰਜਾਬੀ ਗਜ਼ਲ ਇਸ ਚੀਜ਼ ਨੂੰ ਭੁੱਲ ਨਹੀਂ ਸਕਦੀ। ਰੋਜ਼ੀ ਰੋਟੀ ਦੀ ਤਲਾਸ਼ ਨੇ ਅਰਸ਼ ਨੂੰ ਲੁਧਿਆਣਾ ਛੱਡਣ ਲਈ ਮਜਬੂਰ ਕਰ ਦਿੱਤਾ। ਉਹ ਲੁਧਿਆਣਾ ਨੂੰ ਅਲਵਿਦਾ ਕਹਿ ਭਾਰਤ ਦੀ ਰਾਜਧਾਨੀ ਦਿੱਲੀ ਚਲਾ ਗਿਆ। ਉਰਦੂ ਸ਼ਾਇਰੀ ਵਿੱਚ ਪਰਪੱਕਤਾ ਲਿਆਉਣ ਦੇ ਮਨੋਰਥ ਨਾਲ ਅਰਸ਼ ਨੇ ਦਿੱਲੀ ਯੂਨੀਵਰਸਿਟੀ ਵਿੱਚ MA ਉਰਦੂ ਦੀ ਕਲਾਸ ਵਿੱਚ ਦਾਖਲਾ ਲੈ ਲਿਆ। BA ਕਰਕੇ ਜਦੋਂ BA ਦੇ ਇਮਤਿਹਾਨ ਦੇ ਕੇ ਥੋੜ੍ਹਾ ਵਿਹਲੇ ਹੋਏ ਤੇ ਮੈਂ ਦਿੱਲੀ ਚਲਾ ਗਿਆ। ਦਿੱਲੀ ਜਾ ਕੇ ਐਮਪਲੋਇਮੈਂਟ ਐਕਸਚੇਂਜ ਵਿੱਚ ਮੈਂ ਨਾਮ ਲਿਖਾ ਦਿੱਤਾ ਔਰ ਤੁਸੀਂ ਯਕੀਨ ਕਰੋ ਕਿ 15 ਦਿਨਾਂ ਦੇ ਅੰਦਰ ਅੰਦਰ ਹੀ ਮੈਨੂੰ ਇੱਕ ਨੌਕਰੀ ਦੀ ਕਾਲ ਆਈ ਵੀ ਉੱਥੇ ਇੰਟਰਵਿਊ ਹੈ। ਮੈਂ ਚਲਾ ਗਿਆ ਔਰ ਮੈਂ ਉੱਥੇ ਰੱਖਿਆ ਗਿਆ, ਸਿਲੈਕਟ ਹੋ ਗਿਆ, ਕੰਮ ਸ਼ੁਰੂ ਕਰ ਦਿੱਤਾ। ਥੋੜ੍ਹੇ ਦਿਨਾਂ ਤੋਂ ਬਾਅਦ ਇੱਕ ਮੈਨੂੰ ਹੋਰ ਕਾਲ ਆ ਗਈ। ਜਿਹੜੀ ਪਹਿਲੀ ਨੌਕਰੀ ਸੀ ਉਹ ਸੀ ਦਿੱਲੀ ਕੈਂਟ ਦੀ, ਤਾਂ ਦੂਸਰੀ ਕਾਲ ਮੈਨੂੰ ਆਈ ਦਿੱਲੀ ਦੇ ਜਿਹੜਾ ਇੱਕ ਬੜਾ ਵਧੀਆ ਇਲਾਕਾ ਹੈ ਉਹਦੇ ਲਾਗੇ ਦੀ। ਮੈਂ ਉੱਥੇ ਇੰਟਰਵਿਊ ਲਈ ਚਲਾ ਗਿਆ ਇੱਕ ਦਿਨ ਛੁੱਟੀ ਲੈ ਕੇ ਔਰ ਉੱਥੇ ਮੈਂ ਚੁਣਿਆ ਗਿਆ। ਉੱਧਰੋਂ ਮੈਂ ਛੱਡ ਕੇ ਨੌਕਰੀ ਇੱਧਰ ਆ ਲੱਗਿਆ ਅਤੇ ਇੱਧਰ ਮੈਨੂੰ ਹਾਲੇ ਮਹੀਨਾ 2 ਮਹੀਨੇ ਹੀ ਲੰਘੇ ਸਨ ਕਿ ਹੋਰ ਮੈਨੂੰ ਕਾਲ ਆ ਗਈ। ਉਨੀ ਦੇਰ ਨੂੰ ਮੈਂ BA ਦਾ ਸਰਟੀਫਿਕੇਟ ਮੇਰਾ ਆ ਗਿਆ ਸੀ, ਰਿਜ਼ਲਟ ਡਿਕਲੇਅਰ ਹੋ ਚੁੱਕੇ ਸਨ, ਸਰਟੀਫਿਕੇਟ ਆ ਗਏ ਸਨ ਅਤੇ ਮੈਨੂੰ ਸਰਟੀਫਿਕੇਟ ਮਿਲ ਗਿਆ ਸੀ ਅਤੇ ਮੈਂ ਐਮਪਲੋਇਮੈਂਟ ਐਕਸਚੇਂਜ ਵਿੱਚ ਆਪਣੀ BA ਦਾ ਸਰਟੀਫਿਕੇਟ ਦਾਖਲ ਕਰਾ ਦਿੱਤਾ ਸੀ ਵੀ ਮੈਂ ਗ੍ਰੈਜੂਏਟ ਹੋ ਗਿਆ। ਅਤੇ ਥੋੜ੍ਹੇ ਦਿਨਾਂ ਬਾਅਦ ਹੀ ਮੈਨੂੰ ਕਾਲ ਆ ਗਈ ਅਤੇ ਫਿਰ ਮੈਂ ਤੀਸਰੀ ਨੌਕਰੀ 'ਤੇ ਗਿਆ ਇੰਟਰਵਿਊ ਲਈ ਔਰ
बड़े रब की मेहर है, तीजी इंटरव्यू और तीजी बारी फिर सिलेक्ट हो गया और फिर मैं वो नौकरी निष्ठ के करता रहा। ਦਿੱਲੀ ਰਹਿੰਦਿਆਂ ਹੀ ਅਰਸ਼ ਦੀਆਂ ਮੁਲਾਕਾਤਾਂ ਉਰਦੂ ਅਤੇ ਪੰਜਾਬੀ ਦੇ ਸਾਹਿਤਕਾਰਾਂ ਨਾਲ ਹੁੰਦੀਆਂ ਰਹਿੰਦੀਆਂ। ਪੰਜਾਬੀ ਦੇ ਸਰਮੌਰ ਕਵੀ ਬਾਬਾ ਬਲਵੰਤ ਨਾਲ ਹੋਈਆਂ ਮੁਲਾਕਾਤਾਂ ਨੇ ਅਰਸ਼ ਦੀ ਨੇੜਤਾ ਬਾਬਾ ਬਲਵੰਤ ਨਾਲ ਵਧਾ ਦਿੱਤੀ। ਇਹ ਬਾਬਾ ਬਲਵੰਤ ਦੀ ਹੀ ਪ੍ਰੇਰਨਾ ਸੀ ਕਿ ਸ੍ਰੀ ਰਾਮ ਅਰਸ਼ ਨੇ ਪੰਜਾਬੀ ਵਿੱਚ ਕਵਿਤਾਵਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਵੇਲੇ ਹੋਰ ਦੋਸਤ ਸਨ, ਉਹਨਾਂ ਦਾ ਕਲਾਮ ਵੀ ਮੈਂ ਸੁਣਦਾ ਸੀ। ਵੈਸੇ ਚਾਨਣ ਗੋਬਿੰਦਪੁਰੀ ਮੇਰਾ ਬਹੁਤ ਦੋਸਤ ਸੀ, ਉਹਦਾ ਮੈਂ ਕਲਾਮ ਸੁਣਦਾ ਸੀ, ਉਹਦੇ ਨਾਲ ਕਾਫੀ ਦੋਸਤੀ ਸੀ। ਇੱਧਰ ਡਾਕਟਰ ਜਗਤਾਰ ਸੀ, ਉਹਦੇ ਨਾਲ ਬੜੀ ਦੋਸਤੀ ਸੀ। ਸੋ ਮੈਂ ਇਹਨਾਂ 1 2 3 4 ਬੰਦਿਆਂ ਦੇ ਨਾਲ ਵਿਚਰਦਾ ਸੀ। ਤੋਂ ਜ਼ਿਆਦਾ ਜਿਹੜਾ ਪ੍ਰਭਾਵ ਆ ਮੇਰੀ ਰਚਨਾ 'ਤੇ, ਪੋਇਟਰੀ 'ਤੇ, ਉਹ ਬਾਬਾ ਬਲਵੰਤ ਜੀ ਦਾ ਮੈਂ ਕਬੂਲ ਕੀਤਾ। ਸ੍ਰੀ ਰਾਮ ਅਰਸ਼ ਦੀਆਂ ਪੰਜਾਬੀ ਭਾਸ਼ਾ ਦੀਆਂ ਰਚਨਾਵਾਂ ਪੰਜਾਬੀ ਦੇ ਵੱਖ-ਵੱਖ ਰਸਾਲਿਆਂ ਵਿੱਚ ਛਪਣ ਲੱਗੀਆਂ ਅਤੇ ਆਕਾਸ਼ਵਾਣੀ ਤੋਂ ਵੀ ਪ੍ਰਕਾਸ਼ਿਤ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਦੌਰਾਨ ਹੀ ਅਰਸ਼ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ। ਪੰਜਾਬ ਸਰਕਾਰ ਦੀ ਨੌਕਰੀ ਉਸ ਨੂੰ ਦਿੱਲੀ ਤੋਂ ਮੁੜ ਪੰਜਾਬ ਮੋੜ ਲਿਆਈ। ਉਹ ਪੰਜਾਬ ਸਰਕਾਰ ਦੇ ਉਰਦੂ ਮੈਗਜ਼ੀਨ ਪਾਸਬੰਦ ਦਾ ਸੰਪਾਦਕ ਲੱਗ ਗਿਆ। ਅਰਸ਼ ਨੇ ਜ਼ਿੰਦਗੀ ਦੇ ਸਫ਼ਰ ਨੂੰ ਮਾਣਿਆ ਤੇ ਹੰਢਾਇਆ ਹੈ। ਉਹ ਕਈ ਜ਼ਿਲ੍ਹਿਆਂ ਦਾ ਲੋਕ ਸੰਪਰਕ ਅਫਸਰ ਰਿਹਾ ਹੈ। ਉਸ ਨੇ ਵਿਭਾਗ ਵਿੱਚ ਰਹਿੰਦਿਆਂ ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਡਾਇਰੈਕਟਰ ਲੋਕ ਸੰਪਰਕ ਵਿਭਾਗ ਦੀਆਂ ਸੇਵਾਵਾਂ ਨਿਭਾਈਆਂ ਹਨ। ਤੇ ਮੈਂ ਆ ਕੇ ਹੁਸ਼ਿਆਰਪੁਰ ਜੁਆਇਨਿੰਗ ਸਪੋਰਟ ਦੇ ਦਿੱਤੀ। ਉਦੋਂ ਕੁਝ ਹੋਰ ਜੋ ਹੁਸ਼ਿਆਰਪੁਰ, ਰੋਪੜ ਤੇ ਕਪੂਰਥਲਾ, ਇੱਥੇ ਮੈਂ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਰਿਹਾ। ਉਸ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਜੀ ਮੁੱਖ ਮੰਤਰੀ ਹੁੰਦੇ ਸਨ ਪੰਜਾਬ ਦੇ, ਉਹਨਾਂ ਦਾ ਮੈਂ ਇਨਫੋਰਮੇਸ਼ਨ ਅਫਸਰ ਵੀ ਰਿਹਾ। ਫਿਰ ਹੌਲੀ ਹੌਲੀ ਡਿਪਟੀ ਡਾਇਰੈਕਟਰ ਪ੍ਰੈਸ, ਜੁਆਇੰਟ ਡਾਇਰੈਕਟਰ ਪ੍ਰੈਸ, ਇਹ ਤੋਂ ਹੁੰਦਾ ਹੋਇਆ ਮੈਂ ਥੋੜ੍ਹੇ ਦਿਨ, ਕੁਝ ਮਹੀਨੇ ਬਿਜਲੀ ਬੋਰਡ ਦੇ ਲੋਕ ਸੰਪਰਕ ਵਿਭਾਗ ਦਾ ਡਾਇਰੈਕਟਰ ਵੀ ਰਿਹਾ। ਜ਼ਿੰਦਗੀ ਦੇ ਸਫ਼ਰ ਦਾ ਰਸ ਮਾਣਦਿਆਂ ਸਾਹਿਤ ਰਚਨਾ ਵੀ ਨਾਲੋਂ ਨਾਲ ਚੱਲਦੀ ਰਹੀ। ਸ੍ਰੀ ਰਾਮ ਅਰਸ਼ ਦਾ ਪਹਿਲਾ ਕਾਵ ਗਜ਼ਲ ਸੰਗ੍ਰਹਿ ਅਗਨਾਮ 1975 ਵਿੱਚ ਛਪਿਆ, ਜਿਸ ਵਿੱਚ ਕਵਿਤਾਵਾਂ ਦੇ ਨਾਲ-ਨਾਲ ਗਜ਼ਲਾਂ ਵੀ ਸ਼ਾਮਲ ਸਨ। ਨਰੋਲ ਗਜ਼ਲਾਂ ਦਾ ਗਜ਼ਲ ਸੰਗ੍ਰਹਿ ਰਬਾਬ 1978 ਵਿੱਚ, ਪੁਸਲਾਤ 1981, ਸੰਕ ਤੇ ਸਿੱਪੀਆਂ 1984 ਵਿੱਚ ਛਪੇ। ਅਰਸ਼ ਦਾ ਪਹਿਲਾ ਨਰੋਲ ਕਾਵ ਸੰਗ੍ਰਹਿ ਸਪਰਸ਼ 1985 ਵਿੱਚ ਪ੍ਰਕਾਸ਼ਿਤ ਹੋਇਆ ਸੀ। ਹੁਣ ਤੱਕ ਸ੍ਰੀ ਰਾਮ ਅਰਸ਼ ਨੇ 2 ਦਰਜਨ ਕਾਵ ਸੰਗ੍ਰਹਿ ਤੇ ਗਜ਼ਲ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ, ਜਿਨ੍ਹਾਂ ਵਿੱਚ 3 ਮਹਾਕਾਵ ਅਗੰਮੀ ਨੂਰ, ਤੁਮ ਚੰਦਨ, ਪੰਥ ਸਜਾਇਓ ਖਾਲਸਾ ਪੰਜਾਬੀ ਭਾਸ਼ਾ ਵਿੱਚ ਅਤੇ ਗੁਰੂ ਮਿਲਿਓ ਰਵਿਦਾਸ ਹਿੰਦੀ ਭਾਸ਼ਾ ਵਿੱਚ ਸ਼ਾਮਲ ਹਨ। ਇੱਕ ਹੋਰ ਮਜ਼ੇ ਵਾਲੀ ਗੱਲ ਜ਼ਿੰਦਗੀ ਦੀ, ਦੇਖੋ ਕਿਸ ਤਰ੍ਹਾਂ ਉਤਾਰ ਚੜ੍ਹਾਉਂਦੇ ਨੇ।
ਮੈਨੂੰ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਨੌਕਰੀ ਮਿਲੀ ਉਹ ਮਿਲੀ ਉਰਦੂ ਮੈਗਜ਼ੀਨ ਦੇ ਸੰਪਾਦਕ ਦੀ। ਉਰਦੂ ਮੈਗਜ਼ੀਨ ਪਾਸਬਾਨ ਛਪਦਾ ਸੀ ਪੰਜਾਬ ਸਰਕਾਰ ਦਾ, ਉਹਦਾ ਮੈਨੂੰ ਸੰਪਾਦਕ ਲਾ ਦਿੱਤਾ ਗਿਆ। ਦੇਖੋ ਤਕਦੀਰ, ਮੈਂ ਉਰਦੂ ਛੱਡ ਕੇ ਆਇਆ ਸੀ ਔਰ ਇੱਥੇ ਉਰਦੂ ਮੈਨੂੰ ਫਿਰ ਸੰਭਾਲਣਾ ਪੈ ਗਿਆ। ਅਤੇ ਮੈਂ ਉਦੋਂ ਫਿਰ ਥੋੜ੍ਹੀ ਦਿਨ ਪੰਜਾਬੀ ਦੇ ਨਾਲ ਨਾਲ ਉਰਦੂ ਵੀ ਲਿਖਦਾ ਰਿਹਾ, ਕਿਉਂਕਿ ਉਹਦਾ ਆਦਾਰੀਆ ਮੈਨੂੰ ਲਿਖਣਾ ਪੈਂਦਾ ਸੀ, ਰਚਨਾਵਾਂ ਵੀ, ਅਤੇ ਆਪਣੀ ਰਚਨਾ ਵੀ ਕੋਈ ਇੱਕ ਅੱਧੀ ਪਾਉਣੀ ਪੈਂਦੀ ਸੀ। ਕਿਉਂਕਿ ਸ੍ਰੀ ਰਾਮ ਅਰਸ਼ ਨੂੰ ਭਾਰਤੀ ਪਿੰਗਲ ਦੇ ਨਾਲ-ਨਾਲ ਫਾਰਸੀ ਭਾਸ਼ਾ ਦੇ ਅਰੂਜ ਦਾ ਗਿਆਨ ਸੀ। ਇਸ ਕਾਰਨ ਉਸਨੇ ਪੰਜਾਬੀ ਗਜ਼ਲ ਨੂੰ ਉਰਦੂ ਭਾਸ਼ਾ ਦੇ ਪ੍ਰੇਮ ਨਾਇਕਾਵਾਂ ਦੇ ਕਿੱਸਿਆਂ, ਕਹਾਣੀਆਂ, ਉਰਦੂ ਜ਼ੁਬਾਨ ਦੀਆਂ ਬਣੀਆਂ ਬਣਾਈਆਂ ਤਸ਼ਬੀਹਾਂ ਤੋਂ ਮੁਕਤ ਕਰਨ ਦਾ ਮਨ ਬਣਾ ਲਿਆ ਸੀ, ਜਿਸ ਕਾਰਨ ਅਰਸ਼ ਨੇ ਪੰਜਾਬ ਦੀ ਧਰਤੀ ਦੇ ਪ੍ਰੇਮ ਨਾਇਕਾਂ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੱਸੀ ਪੁੰਨੂ ਦੇ ਇਲਾਵਾ ਪੂਰਨ ਭਗਤ ਅਤੇ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਵੱਲ ਨੂੰ ਗਜ਼ਲ ਦਾ ਮੁੱਖ ਮੋੜ ਦਿੱਤਾ। ਇਸੇ ਲਈ ਹੀ ਅਰਸ਼ ਅਜਿਹਾ ਸ਼ੇਰ ਲਿਖਣ ਦੇ ਕਾਬਲ ਹੋਇਆ ਹੈ। ਇੱਕ ਮੁਟਿਆਰ ਜੋ ਅਰਬ ਈਰਾਨੋਂ ਆਈ ਸੀ, ਇੱਕ ਮੁਟਿਆਰ ਜੋ ਅਰਬ ਈਰਾਨੋਂ ਆਈ ਸੀ, ਕਿੰਜ ਸ਼ਿੰਗਾਰ ਲਿਆ ਉਸ ਨੂੰ ਪੰਜਾਬੀ ਨੇ। ਪੂਰਨ ਭਗਤ ਦਾ ਕਿੱਸਾ ਇਹ ਬੜਾ ਮਸ਼ਹੂਰ ਸੀ। ਪੂਰਨ ਭਗਤ ਦੀ ਆਪਣੀ ਜ਼ਿੰਦਗੀ, ਔਰ ਮੈਂ ਉਧਰ ਨੂੰ ਰਜੂ ਕੀਤਾ। ਇਹਦੇ ਨਾਲ ਨਾਲ ਫਿਰ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ, ਮਤਲਬ ਚਰਖਾ ਹੈ, ਉਹ ਮੈਂ ਗਜ਼ਲ 'ਚ ਲੈ ਕੇ ਆਇਆ। ਤਰਿੰਜਨ ਹੈ, ਉਹ ਮੈਂ ਗਜ਼ਲ 'ਚ ਲੈ ਕੇ ਆਇਆ। ਔਰ ਚਰਖਾ, ਉਹਦੇ ਨਾਲ ਜਿਹੜੇ ਸੰਬੰਧਿਤ ਪੂਣੀਆਂ, ਚਰਖਾ ਕੱਤਣਾ, ਤਰਿੰਜਨ ਲੱਗਣਾ, ਕੁੜੀਆਂ ਦਾ ਗਿੱਧਾ, ਇਹ ਜਿਹੜੀਆਂ ਚੀਜ਼ਾਂ ਸੀ ਨਾ, ਮੈਂ ਇੱਧਰ ਰਜੂ ਕੀਤਾ। ਪੰਜਾਬ ਦੀ ਫੁਲਕਾਰੀ ਜਿਹੜੀ ਆ ਉਹ ਵੀ ਮੇਰੀ ਗਜ਼ਲ 'ਚ ਹੈ, ਔਰ ਪੰਜਾਬ ਦੇ ਮੇਲਿਆਂ ਠੇਲਿਆਂ ਦਾ ਜ਼ਿਕਰ ਵੀ ਮੇਰੀਆਂ ਗਜ਼ਲਾਂ 'ਚ ਆਉਂਦਾ ਹੈ। ਔਰ ਪੰਜਾਬ ਦਾ ਸੱਭਿਆਚਾਰ ਵੀ, ਜਿਹੜੀ ਚਾਟੀ ਹੈ, ਮਧਾਣੀ ਹੈ, ਰਿੜਕਣਾ ਦੁੱਧ ਦਾ, ਦਹੀਂ ਦਾ ਰਿੜਕਣਾ, ਦੁੱਧ ਦਾ ਇਹ ਗੱਲਾਂ ਮੇਰੀ ਗਜ਼ਲ ਦੇ ਵਿੱਚ ਆਈਆਂ। ਅਰਸ਼ ਦੀ ਗਜ਼ਲ ਵਿੱਚ ਪਰੰਪਰਾਗਤ ਅਤੇ ਅਪਰੰਪਰਾਗਤ ਰੰਗ ਆਪੋ ਵਿੱਚ ਘੁਲੇ ਮਿਲੇ ਹੋਏ ਹਨ। ਅਰਸ਼ ਭਾਰਤੀ ਮਿੱਥ ਦਾ ਪਹਿਲਾਂ ਭੰਜਨ ਕਰਦਾ ਹੈ, ਫਿਰ ਉਸ ਵਿੱਚੋਂ ਨਵੀਂ ਮਿੱਥ ਸਿਰਜਦਾ ਹੈ, ਜਿਹੜੀ ਅਜੋਕੇ ਮਨੁੱਖ ਦੀ ਮਿੱਥ ਹੈ। ਡਾਕਟਰ ਜਗਤਾਰ ਕਹਿੰਦਾ ਹੈ, ਅਰਸ਼ ਦੀਆਂ ਗਜ਼ਲਾਂ ਵਿੱਚ ਪੰਜਾਬ ਦੀ ਗੋਰੀ ਮਿੱਟੀ ਨਾਲ ਲਿਪੇ ਵਿਹੜਿਆਂ ਦੀ ਬਾਸ ਹੈ, ਨੱਚਦਿਆਂ ਦਰਿਆਵਾਂ ਦੀ ਰਾਸ, ਕਿੱਕਰਾਂ ਦੇ ਕਪਾਹੀ ਫੁੱਲਾਂ ਦਾ ਰੰਗ, ਝੂਮਦੀਆਂ ਮੁਟਿਆਰਾਂ ਦੀ ਉਮੰਗ, ਪਜ਼ੇਬਾਂ ਦੇ ਗੀਤ, ਪੰਛੀਆਂ ਦਾ ਸੰਗੀਤ, ਫਸਲਾਂ ਦਾ ਹੁਲਾਸ, ਰੁੱਖਾਂ ਦੀ ਬਾਸ ਤੇ ਵਾਰਿਸ ਸ਼ਾਹ ਦਾ ਪੰਜਾਬ ਧੜਕਦਾ ਹੈ। ਮਤਲਬ ਮੈਂ ਉਹਦਾ ਇੱਕ ਚੰਗਾ ਵਿਦਿਆਰਥੀ ਅਰੂਜ ਦਾ ਆਪਣੇ ਆਪ ਨੂੰ ਕਹਿਣਾ, ਕਿਉਂਕਿ ਅਰੂਜ ਜਿੰਨੀ ਪੜ੍ਹੀ ਜਾਓ ਗਹਿਰਾਈ ਉਹਦੀ ਅੱਗੇ ਤੋਂ ਅੱਗੇ ਵਧੀ ਜਾਂਦੀ ਹੈ। ਸੋ ਮੈਂ ਉਹਦਾ ਨਿਰੰਤਰ ਮੈਂ ਵਿਦਿਆਰਥੀ ਹਾਂ, ਔਰ ਪਿੰਗਲ ਦਾ ਵੀ। ਅਤੇ ਜਿਹੜੀ ਗਜ਼ਲ ਹੈ ਉਹਦਾ ਪਹਿਲਾ ਅਸੂਲ ਹੀ ਇਹ ਹੈ ਕਿ ਜਿਹੜਾ ਤੁਸੀਂ ਪਹਿਲਾ ਮਿਸਰਾ ਲਿਖਿਆ ਗਜ਼ਲ ਦਾ, ਜਿਹਨੂੰ ਅਸੀਂ ਮਤਲਾ ਕਹਿੰਦੇ ਹਾਂ, ਮਤਲੇ ਦਾ ਜਿਹੜਾ ਪਹਿਲਾ ਮਿਸਰਾ, ਜਿਹੜਾ ਵਜ਼ਨ ਉਹਦੇ ਵਿੱਚ ਆ ਗਿਆ, ਉਹ ਵਜ਼ਨ ਅਖੀਰ ਤੱਕ ਤੁਹਾਡੇ ਮਕਤੇ ਦੇ ਆਖਰੀ ਸ਼ੇਰ ਤੱਕ ਚੱਲਣਾ ਚਾਹੀਦਾ। ਇਹ ਉਹੀ ਬੰਦਾ ਕਰ ਸਕਦਾ, ਉਹੀ ਵਿਅਕਤੀ ਕਰ ਸਕਦਾ ਜਿਹਨੂੰ ਅਰੂਜ ਦਾ ਜਾਂ ਪਿੰਗਲ ਦਾ ਗਿਆਨ ਹੋਵੇ। ਨਹੀਂ ਤਾਂ ਅੱਗੇ ਜਾ ਕੇ ਬਹੁਤ ਸਾਰੇ ਸ਼ਾਇਰ ਮੈਂ ਵੇਖੇ ਨੇ, ਇੱਕ ਸ਼ੇਰ ਉਹਨਾਂ ਦਾ ਹੋਰ ਵਜ਼ਨ ਚਲਾ ਜਾਂਦਾ, ਦੂਸਰਾ ਸ਼ੇਰ ਹੋਰ ਥੋੜ੍ਹਾ ਜਿਹਾ ਫਰਕ ਪਾ ਲੈਂਦੇ ਨੇ, ਤੀਜੇ 'ਚ ਹੋਰ ਫਰਕ ਪਾ ਲੈਂਦੇ ਨੇ, ਇਹ ਵੀ ਚੱਲਦਾ। ਲੇਕਿਨ ਗਜ਼ਲ ਉਹੀ ਮੁਕੰਮਲ ਹੈ ਜਿਹਦੇ ਪਹਿਲੇ ਮਿਸਰੇ ਦੇ ਨਾਲ ਉਹੀ ਬੈਰ ਅਖੀਰ ਤੱਕ ਟੁੱਟੇ। ਸ਼੍ਰੀ ਰਾਮ ਅਰਸ਼ ਦਾ ਨਾਂ ਆਉਂਦਿਆਂ ਹੀ ਸਾਡਾ ਖਿਆਲ ਇੱਕਦਮ ਜਾਂਦਾ ਹੈ ਗਜ਼ਲ ਵੱਲ। ਉਸਤਾਦ ਗਜ਼ਲ ਗੋ ਜਿਸ ਨੇ ਆਪਣੀਆਂ ਹੀ ਪੈੜਾਂ ਛੱਡੀਆਂ ਹਨ, ਆਪਣੀ ਪੈੜ ਪਾਈ ਹੈ, ਆਪਣੀ ਹੀ ਛਾਪ ਲਾਈ ਹੈ ਇਸ ਗਜ਼ਲ ਦੇ ਸੰਸਾਰ ਵਿੱਚ। ਉਂਝ ਤਾਂ ਬੜੇ ਗਜ਼ਲ ਗੋ ਹੋਏ,
ਉਸਤਾਦ ਗਜ਼ਲ ਗੋ ਵੀ ਹੋਏ, ਪਰ ਅਰਸ਼ ਦਾ ਆਪਣਾ ਇੱਕ ਨਿਵੇਕਲਾ ਢੰਗ, ਰੰਗ ਤੇ ਸਥਾਨ ਹੈ। ਅਰਸ਼ ਹੋਣਾ ਦੇ, ਮੈਂ ਅਰਸ਼ ਹੋਣਾ ਨੂੰ ਜਾਣਦੀ ਹਾਂ, ਜਿਵੇਂ ਮੈਂ ਕਹਾਂ ਕਿ ਮੇਰੇ ਸ਼ਹਿਰ ਲੁਧਿਆਣੇ ਦੇ ਰਹਿਣ ਵਾਲੇ, ਉਦੋਂ ਮੈਂ ਇਹਨਾਂ ਨੂੰ ਨਹੀਂ ਜਾਣਦੀ ਸੀ, ਪਰ ਆਪਣੇ ਪਿਤਾ ਦੀ ਅੱਖ ਰਾਹੀਂ ਇਹਨਾਂ ਦੇ ਭਰਾ ਅਜੀਤ ਕੁਮਾਰ, ਜਿਹੜੇ ਉਸ ਵੇਲੇ ਆਪਣੇ MLA ਵੀ ਰਹੇ, ਔਰ ਉਹਨਾਂ ਕਰਕੇ ਮੇਰੇ ਪਿਤਾ ਉਸ ਵੇਲੇ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਸਨ, ਤੋਂ ਅਕਸਰ ਮੇਲ ਮੁਲਾਕਾਤਾਂ ਹੁੰਦੀਆਂ ਸੀ, ਔਰ ਅਰਸ਼ ਹੋਣਾ ਦਾ ਜ਼ਿਕਰ ਉਹਨਾਂ ਕੋਲੋਂ ਮੈਂ ਸੁਣਿਆ ਸੀ। ਫਿਰ ਮੈਂ ਪੰਜਾਬੀ ਕਵਿਤਾ ਦੇ ਖੇਤਰ 'ਚ ਜਦੋਂ ਆਈ ਹਾਂ, ਉਦੋਂ ਅਰਸ਼ ਹੋਣਾ ਦਾ ਨਾਮ ਮੈਂ ਕਾਫੀ ਸੁਣਦੀ ਰਹੀ। ਫਿਰ ਜਦੋਂ ਪਬਲਿਕ ਰਿਲੇਸ਼ਨ ਵਾਲਿਆਂ ਦਾ ਪ੍ਰੋਗਰਾਮ ਹੁੰਦਾ ਸੀ ਤੇ ਅਰਸ਼ ਹੋਣਾ ਦੇ ਦਰਸ਼ਨ ਹੋ ਜਾਂਦੇ ਸਨ। ਜਦੋਂ ਮੈਂ ਚੰਡੀਗੜ੍ਹ ਵਿੱਚ ਆਈ, ਉਸ ਵੇਲੇ ਅਰਸ਼ ਹੋਣਾ ਨੂੰ ਮੈਂ ਨੇੜਿਓਂ ਵੇਖਿਆ, ਇਹਨਾਂ ਦੇ ਪਰਿਵਾਰ ਨੂੰ, ਬੜਾ ਮੁਹੱਬਤੀ ਪਰਿਵਾਰ, ਇਹਨਾਂ ਦੀ ਜੀਵਨ ਸਾਥਣ ਜਿਹੜੀ ਮੇਰੇ ਨਾਲ ਬੜੀ ਸਾਂਝ ਸੀਗੀ, ਔਰ ਮੈਂ ਇਹਨਾਂ ਨੂੰ ਦੇਖਿਆ ਕਿ ਦੁੱਖ ਸੁੱਖ 'ਚ ਇੱਕ ਦੂਜੇ ਦੇ ਕੰਮ ਆਉਣ ਵਾਲੇ। ਜਿੱਥੇ ਸ਼ਾਇਰ ਜਿਹੜਾ ਹੁੰਦਾ ਹੈ ਕਿ ਇਸ ਤਰ੍ਹਾਂ ਨਾਲ ਨਰਮ ਦਿਲ ਦਾ ਹਸਾਸ ਇਨਸਾਨ ਹੁੰਦਾ ਹੈ, ਇਸੇ ਕਰਕੇ ਉਹ ਸ਼ਾਇਰ ਹੋ ਸਕਦਾ ਹੈ। ਇੱਕ ਹਸਾਸ ਇਨਸਾਨ ਹੀ ਸ਼ਾਇਰ ਹੋ ਸਕਦਾ ਹੈ। ਅਰਸ਼ ਜੀ ਨੂੰ ਜਦੋਂ ਮੈਂ ਵੱਖਰੇ ਵੱਖਰੇ ਕਵੀ ਦਰਬਾਰਾਂ 'ਚ ਵੇਖਿਆ, ਸੁਣਿਆ, ਤਾਂ ਇਹਨਾਂ ਦੀ ਆਪਣੀ ਇੱਕ ਵੱਖਰੀ ਛਾਪ ਮੈਂ ਦੇਖੀ ਹੈ, ਔਰ ਬਹੁਤ ਸਾਰੇ ਉਂਗਲਾਂ 'ਤੇ ਗਿਣ ਕੇ ਹੀ ਇਹਨਾਂ ਨੂੰ ਪਤਾ ਲੱਗ ਜਾਂਦਾ ਸੀ। ਕੋਈ ਸੁਣਾਉਂਦਾ ਸੀ, ਉੱਥੇ ਹੀ ਕਹਿਣਾ ਵੀ ਨਹੀਂ, ਇਹ ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਉਹਦੇ ਤੋਲ ਤੁਕਾਂਤ ਵਿੱਚ ਕੋਈ ਫਰਕ ਹੈ। ਪਿੰਗਲ ਤੇ ਅਰੂਜ਼ ਦੀ ਸ਼ਾਇਦ ਉਹਨੂੰ ਜਾਚ ਨਹੀਂ ਹੈ, ਜਿਸ ਸ਼ਾਇਰ ਲਈ ਅਰਸ਼ ਹੋਣਾ ਨੇ ਆਪਣਾ ਰੰਗ ਹੋਰ ਤਰ੍ਹਾਂ ਨਾਲ ਸਿਰ ਹਿਲਾਇਆ। ਸੋ ਇਹ ਇੱਕ ਖੂਬੀ ਹੁੰਦੀ ਹੈ। ਮਹਾਕਾਵ ਦਾ ਰਚੈਤਾ ਸ਼੍ਰੀ ਰਾਮ ਅਰਸ਼, ਬਹੁਤ ਸਾਰੇ ਇਨਾਮ, ਨੈਸ਼ਨਲ ਅਵਾਰਡ ਮਿਲੇ ਇਹਨਾਂ ਨੂੰ, ਔਰ ਆਪਣੇ ਭਾਸ਼ਾ ਵਿਭਾਗ ਨੇ ਇਹਨਾਂ ਨੂੰ ਸਨਮਾਨਿਤ ਕੀਤਾ। ਮੇਰੇ ਬੜੇ ਸਤਿਕਾਰਯੋਗ ਨੇ। ਮੇਰੇ ਨਾਲ ਇਹਨਾਂ ਦੀ ਇੱਕ ਗੱਲ ਤੁਹਾਨੂੰ ਮੈਂ ਦੱਸਦੀ ਹਾਂ ਕਿ ਮੈਂ ਇੱਕ ਵਾਰੀ ਇੱਕ ਕਵੀ ਦਰਬਾਰ ਕਰ ਰਹੀ ਸੀ ਕੰਪੀਅਰ, ਅਤੇ ਉੱਥੇ ਅਰਸ਼ ਹੋਣਾ ਨੂੰ ਮੈਂ ਹਾਕ ਮਾਰ ਰਹੀ ਸੀ ਕਿ ਆਉਣ, ਅਤੇ ਮੈਂ ਇਹਨਾਂ ਦਾ ਇੱਕ ਬੜਾ ਖੂਬਸੂਰਤ ਸ਼ੇਰ ਜੋ ਮੇਰਾ ਬੜਾ ਦਿਲ ਦੇ ਨੇੜੇ ਹੈ, ਮੈਂ ਉਸ ਖੂਬਸੂਰਤ ਸ਼ੇਰ ਦੇ ਨਾਲ ਅਰਸ਼ ਹੋਣਾ ਨੂੰ ਆਵਾਜ਼ ਦਿੱਤੀ। ਤਾਂ ਤੁਹਾਡੇ ਨਾਲ ਵੀ ਇਹ ਸਾਂਝਾ ਕਰ ਰਹੀ ਹਾਂ ਕਿ ਪਾ ਕੇ ਮੁੰਦਰਾਂ ਹੀਰ ਦਾ ਪਾਣੀ ਜਿਹੜਾ ਭਰਦਾ ਰਿਹਾ, ਨਾ ਰਿਹਾ ਟਿੱਲੇ ਦਾ ਜੋਗੀ, ਨਾ ਹੀ ਉਹ ਕਰਦਾ ਰਿਹਾ। ਅਤੇ ਸੱਚ ਜਾਣਿਓ, ਅਖਬਾਰਾਂ ਵਾਲਿਆਂ ਨੇ ਇਸ ਸ਼ੇਰ ਨੂੰ ਮੇਰੇ ਨਾਂ 'ਤੇ ਛਾਪਿਆ, ਅਤੇ ਮੈਂ ਅੱਜ ਵੀ ਅਰਸ਼ ਹੋਣਾ ਨੂੰ ਇਹ ਕਹਿੰਦੀ ਹਾਂ ਕਿ ਅਰਸ਼ ਜੀ, ਇਹ ਮੇਰਾ ਸ਼ੇਰ ਹੈ। ਅਤੇ ਉਹ ਕਹਿੰਦੇ ਹੁੰਦੇ, ਹਾਂਜੀ, ਇਹ ਤੁਹਾਡਾ ਹੀ ਸ਼ੇਰ ਹੈ। ਸਭ ਧਨਵਾਨ ਜੇ ਬਣ ਗਏ ਇਸ ਦੀਵਾਲੀ ਨੂੰ, ਲక్ష్ਮੀ ਖਾਤਰ ਦੀਵੇ ਕੌਣ ਜਗਾਏਗਾ। ਇੱਕ ਹੋਰ ਸ਼ੇਰ ਦੇਖਣਾ, ਰਾਂਝਾ ਜੋਗੀ ਖੇੜੇ ਕੈਦੋ ਤਖਤ ਹਜ਼ਾਰਾ ਹੀਰ ਸਿਆਲ। ਰਾਂਝਾ ਜੋਗੀ ਖੇੜੇ ਕੈਦੋ ਤਖਤ ਹਜ਼ਾਰਾ ਹੀਰ ਸਿਆਲ, ਚੂਰੀ ਚਾਕਰ ਬੇਲਾ ਮੱਝਾਂ, ਪਿਆਰ ਦੀਆਂ ਸਭ ਕੜੀਆਂ ਯਾਰ। ਇੱਕ ਹੋਰ ਸ਼ੇਰ ਹੈ, ਕਿਸ ਖਤਾ ਬਦਲੇ ਰਿਸ਼ੀ ਗੌਤਮ ਨੇ ਫਿਰ ਦਿੱਤਾ ਸਰਾਪ, ਜਿਸਮ ਇੱਕ ਔਰਤ ਦਾ ਯਾਰੋ ਫੇਰ ਪੱਥਰ ਹੋ ਗਿਆ। ਇੱਕ ਹੋਰ ਮੈਨੂੰ ਸ਼ੇਰ ਮੇਰੇ ਦਿਲ ਦੇ ਨਜ਼ਦੀਕ ਹੈ, ਮੂਰਛਤ ਲਈ ਜਿਸ ਤਰ੍ਹਾਂ ਸੰਜੀਵਨੀ ਵਰਦਾਨ ਸੀ, ਪਿਆਰ ਤੇਰਾ ਇਸ ਤਰ੍ਹਾਂ ਮੇਰਾ ਮੁਕੱਦਰ ਹੋ ਗਿਆ। ਇਸ ਤਰ੍ਹਾਂ ਦੇ ਅਣਗਿਣਤ ਖੂਬਸੂਰਤ ਸ਼ੇਰ ਨੇ, ਉਹਨਾਂ ਦੀਆਂ ਨਜ਼ਮਾਂ ਨੇ, ਉਹਨਾਂ ਦੇ ਮਹਾਕਾਵ ਨੂੰ ਬੜੀ ਖੂਬਸੂਰਤੀ ਨਾਲ ਪੜ੍ਹਿਆ ਔਰ ਮਾਣਿਆ ਜਾ ਸਕਦਾ ਹੈ। ਇਹ
ਬੜਾ ਹਸੀਨ ਸ਼ਾਇਰ, ਪਰ ਕਈ ਵਾਰ ਜਿਹੜੀ ਕੁਦਰਤ ਹੈ ਉਹ ਆਪਣੇ ਵਾਰ ਕਰਨੋਂ ਨਹੀਂ ਹਟਦੀ। ਪਰ ਉਹ ਜਿਹੜਾ ਦਲੇਰ ਸ਼ਾਇਰ, ਜ਼ਿਹਨੀ ਤੌਰ 'ਤੇ ਦਲੇਰ, ਜ਼ਿਹਨੀ ਤੌਰ 'ਤੇ ਸਸ਼ਕਤ, ਉਹ ਉਸ ਵਾਰ ਨੂੰ ਜਰਦਾ ਹੈ। ਅਰਸ਼ ਹੋਰਾਂ ਨੂੰ ਨਾਮੁਰਾਦ ਬਿਮਾਰੀ ਨੇ ਘੇਰਿਆ, ਲੇਕਿਨ ਉਹਨਾਂ ਨੇ ਉਸ ਨਾਲ 2-4 ਹੁੰਦੇ ਆ ਉਹਦੇ ਵਿੱਚੋਂ ਪਾਰ ਨਿਕਲ ਆਏ ਔਰ ਅੱਜ ਫਿਰ ਸਾਡੇ ਨਾਲ ਖੜੇ ਨੇ। ਹੁਣ ਇਸ ਵੇਲੇ ਜਦੋਂ ਮੈਂ ਪਿੱਛੇ ਝਾਤ ਮਾਰਦਾ ਜ਼ਿੰਦਗੀ ਦੀ, ਬਈ ਮੈਂ ਜ਼ਿੰਦਗੀ ਦੇ ਵਿੱਚ ਜੋ ਚਾਹਿਆ ਸੀ ਮੈਨੂੰ ਉਸ ਤੋਂ ਵੱਧ ਮਿਲ ਗਿਆ ਔਰ ਮੈਂ ਬਹੁਤ ਸੰਤੁਸ਼ਟ ਹਾਂ। ਮੈਂ ਆਪਣੇ ਬੱਚਿਆਂ ਨੂੰ ਵੀ ਆਪਣੀ ਗੱਲ ਦੱਸਦਾ ਹੁੰਦਾ, ਜਦੋਂ ਮੈਂ ਗਿਆਨੀ ਜੀ ਦਾ ਸੂਚਨਾ ਅਫਸਰ ਸੀਗਾ, ਗਸਟਡ ਅਫਸਰ ਸੀ ਮੈਂ, ਉਦੋਂ ਮੇਰੀ ਤਨਖਾਹ 350 ਰੁਪਇਆ ਸੀ ਔਰ ਮੈਂ ਉਹ ਜਿਹੜੀ ਏਜੀ ਦੀ ਪੇ ਸਲਿੱਪ ਆ ਨਾ, ਉਹ ਮੈਂ ਆਪਣੇ ਬੱਚਿਆਂ ਨੂੰ ਦਿਖਾਉਣਾ ਨਾ, ਮੈਂ ਸੰਭਾਲ ਕੇ ਰੱਖੀ ਹੋਈ ਹੈ ਕਿ ਬੇਟਾ ਦੇਖੋ 350 ਤਨਖਾਹ ਦਿੰਦਾ ਸੀ ਉਦੋਂ ਮੈਂ। ਸੋ ਉਹ ਤੋਂ ਬਾਅਦ ਲੇਕਿਨ ਹੁਣ ਉਹ ਮੇਰੇ ਬੱਚੇ ਜਿਹੜੇ ਨੇ, ਹੁਣ ਤੁਸੀਂ ਜਾਣਦੇ ਹੋ ਅੱਜ ਦਾ ਜਿਹੜਾ ਬੱਚਾ ਹੈ ਉਹਦਾ 350 ਰੁਪਇਆ ਸ਼ਾਮ ਨੂੰ ਬਾਜ਼ਾਰ ਖਰਚ ਕੇ ਮੁੜਦਾ। ਸੋ ਉਹ ਮੈਂ ਸਮਝਦਾ ਕਿ ਮੈਂ ਵੀ ਜ਼ਿੰਦਗੀ ਨੰਬਰ 2 ਮੈਂ ਲਿਖਣ ਦੀ ਜਿਹੜੀ ਗੱਲ ਸੀ ਨਾ, ਸਾਹਿਤ, ਇਹ ਕਾਲਜ ਵੀ ਸ਼ੁਰੂ ਹੋਈ ਸੀ ਔਰ ਕਾਲਜ ਤੋਂ ਸ਼ੁਰੂ ਹੁੰਦੇ ਮੈਂ ਦਿੱਲੀ ਚਲਾ ਗਿਆ, ਉਰਦੂ ਹੀ ਲਿਖਦਾ ਰਿਹਾ, ਫਿਰ ਪੰਜਾਬੀ ਲਿਖਦਾ ਰਿਹਾ ਔਰ ਇਹ ਹੁਣ ਤੱਕ ਮੇਰੀਆਂ ਲਗਭਗ 2 ਦਰਜਨ ਕਿਤਾਬਾਂ ਛਪ ਚੁੱਕੀਆਂ ਔਰ ਇਸ ਪੱਖੋਂ ਵੀ ਮੈਂ ਸੰਤੁਸ਼ਟ ਹਾਂ ਵੀ ਜੋ ਮੈਂ ਕਹਿਣਾ ਚਾਹੁੰਦਾ ਸੀ, ਜੋ ਮੇਰੇ ਮਨ ਵਿੱਚ ਸੀ, ਉਹ ਮੈਂ ਸਾਰਾ ਆਪਣੀਆਂ ਕਿਤਾਬਾਂ 'ਚ ਕਹਿ ਚੁੱਕਿਆ। ਸ੍ਰੀ ਰਾਮ ਅਰਸ਼ ਇੱਕ ਪ੍ਰਤੀਬੱਧ ਸ਼ਾਇਰ ਹੈ, ਜਿਸ ਦੀ ਪ੍ਰਤੀਬੱਧਤਾ ਅਣਹੋਏ, ਤਿਸਕਾਰੇ, ਦਮਤ ਅਤੇ ਗਰੀਬੀ ਦੇ ਸਾਹ ਘੋਟੂ ਵਾਤਾਵਰਣ ਵਿੱਚ ਉਮਰਾਂ ਹੰਢਾ ਰਹੇ ਇਸਤਰੀਆਂ ਅਤੇ ਪੁਰਸ਼ਾਂ ਨਾਲ ਹੈ। ਉਹ ਉਹਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਉਪਰੰਤ ਉਹਨਾਂ ਨੂੰ ਸਮਾਜ ਵਿੱਚ ਸਤਿਕਾਰਯੋਗ ਦਰਜਾ ਦਿਵਾਉਣ ਲਈ ਜੂਝ ਰਿਹਾ ਹੈ। ਸ੍ਰੀ ਰਾਮ ਅਰਸ਼ ਨਿਰੰਤਰ ਸਾਹਿਤ ਸਿਰਜਣਾ ਵਿੱਚ ਵਿਅਸਤ ਰਹਿੰਦਾ ਹੈ। ਉਸ ਦਾ ਨਵਾਂ ਗਜ਼ਲ ਸੰਗ੍ਰਹਿ ਅਹਿਸਾਸ ਹੁਣੇ ਹੀ ਪ੍ਰਕਾਸ਼ਿਤ ਹੋਇਆ ਹੈ। ਸ਼ਾਲਾ ਅਰਸ਼ ਇਸੇ ਤਰ੍ਹਾਂ ਹੀ ਆਪਣੇ ਦਿਲ ਦੇ ਜਜ਼ਬਾਤ ਕਾਗਜ਼ ਦੀ ਹਿੱਕ ਤੇ ਉਲੀਕਦਾ ਰਹੇ ਤੇ ਅਸੀਂ ਉਸ ਦੀਆਂ ਗਜ਼ਲਾਂ ਦੀ ਖੁਸ਼ਬੂ ਮਾਣਦੇ ਰਹੀਏ। ਅਸੀਂ ਉਸ ਦੀ ਲੰਮੀ ਉਮਰ ਤੇ ਸਿਹਤਯਾਬੀ ਲਈ ਦੁਆ ਕਰਦੇ ਹਾਂ।